हाँ जी, और ਅਸੀਂ ਸਵਾਗਤ ਕਰਾਂਗੇ ਜੀ ਇਸ ਮੌਕੇ ਦੇ ਉੱਤੇ ਕਮਲ ਭਾਟੀਆ ਜੀ ਦਾ, ਪੰਕਜ ਮੋਂਗਾ ਜੀ ਦਾ, ਔਰ ਉਸ ਤੋਂ ਬਾਅਦ ਫਿਰ ਜਲਦੀ ਸਾਡੇ ਨਾਲ ਸੌਰਵ ਜੀ ਵੀ ਜੁੜ ਜਾਣਗੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਾਂਗੇ। ਕਮਲ ਭਾਟੀਆ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਰੇਡੀਓ ਵਾਈ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ। थैंक यू युद्धवीर जी, थैंक यू। मोंगा साहब भी आ जाए जी। मोंगा साहब, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ। थैंक यू वेरी मच युद्धवीर जी, थैंक यू कमल भाटिया जी, ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ। ਹਾਂਜੀ ਕਮਲ ਭਾਟੀਆ ਜੀ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ, ਓਪਨਿੰਗ ਸਟੇਟਮੈਂਟ ਸਰ। देखो जी, स्टेटमेंट है वे आज सवेर ਦੇ ਜਿਹੜੇ ਇਨਫਲੇਸ਼ਨ ਫਿਗਰਸ ਨਿਕਲ ਕੇ ਆਏ ਯਾਨੀ 8.1%। ਬਿਕੋਜ਼ ਆਫ ਦਿਸ ਬੈਂਕ ਆਫ ਕੈਨੇਡਾ ਦੇ ਉੱਤੇ ਹੋਰ ਪ੍ਰੈਸ਼ਰ ਪੈ ਰਿਹਾ ਹੈ कि हालांकि वो पहले ही डिसाइड उन्होंने किया था कि होर इंटरेस्ट रेट बढ़ाना है। हुण 7 सितंबर ਨੂੰ वी शुड एक्सपेक्ट कि 0.5% तो लैके 0.75% रेट इंक्रीज होने की चांसेस फिर ने, यानी अज तो जिहड़ा ना 6 हफ्तियां दे बाद जिहड़ा है यह रेट इंक्रीज इन्ना होर हो सकता है। 0.5% मैं सोच रहा था पहले कि 0.5% दिसंबर तक आएगा, लेकिन जिहड़े इन्फ्लेशन फिगर्स आ रहे ने ਇਹਦੇ ਹਿਸਾਬ ਨਾਲ 0.5 ਤੋਂ 0.75% ਜਿਹੜਾ ਹੈ ਨਾ 7 सितंबर ਨੂੰ ਆ ਸਕਦਾ ਹੈ। ਠੀਕ ਹੈ। ਔਰ ਇਸ ਦਰਮਿਆਨ ਜੇ ਕਿਸੇ ਨੇ ਕੋਈ ਮੌਰਗੇਜ ਦੀ ਕੋਈ ਗੱਲ ਕਰਨੀ ਹੈ, ਤੁਹਾਡਾ ਕੀ ਸੁਝਾਅ ਹੈ? ਪਹਿਲਾਂ ਫੋਨ ਨੰਬਰ ਦੇ ਦਿਓ ਔਰ ਫਿਰ ਸੁਝਾਅ ਵੀ ਜ਼ਰੂਰ ਦਿਓ ਜੀ ਦੁਬਾਰਾ ਤੋਂ। युद्धवीर जी, मेरा नंबर है 416 564 6267, that is 416-564-6267। युद्धवीर जी, मॉर्गेज वास्ते रोज कई फोन आते ने कि वेरिएबल नून फिक्स करवा लीए या की करिए। वो सारा कुछ इंडिविजुअल दे उत्ते डिपेंड करता है। एक मैं इंडिविजुअल के ऊपर डिपेंड करता है, इस वास्ते जनरल स्टेटमेंट कहना मुश्किल है। लेकिन मैं एक चीज जी देख रहा वहाँ एंड कल मैं देखी है कि एक लेंडर ने डिस्काउंट ज्यादा देना शुरू किया है, यानी कि हुण इस वेले रेट 4.7 है, 2.5 बैंक ऑफ कैनेडा रेट है, लेकिन मॉर्गेज इंटरेस्ट रेट 4.7 है। ਉਹਦੇ 'ਚ ਹਲਕਾ ਜਿਹਾ डिस्काउंट या वेरिएंस ਜਿਹਨੂੰ ਅਸੀਂ ਕਹਿੰਦੇ ਆ, ਉਹ ਇੱਕ ਆਧ ਲੈਂਡਰ ਨੇ ਜ਼ਿਆਦਾ ਦੇਣੀ ਸ਼ੁਰੂ ਕੀਤੀ ਹੈ। ਤੇ ਆਈ ਐਕਸਪੈਕਟ ਕਿ ਕਮਿੰਗ ਮੰਥਸ ਵਿੱਚ ਹੋਰ ਕਈ ਲੈਂਡਰ ਜਿਹੜਾ ਨਾ ਥੋੜਾ ਜਿਹਾ ਡਿਸਕਾਊਂਟ ਜ਼ਿਆਦਾ ਦੇਣਾ ਸ਼ੁਰੂ ਕਰਨਗੇ। ਉਹ ਕਿਉਂ ਹੈ? ਬਿਕੋਜ਼ ਮਾਰਕੀਟ ਕਾਫੀ ਸਲੋ ਡਾਊਨ ਕਰ ਗਈ ਹੈ। ਪਿਛਲੇ ਕੁਝ ਹਫ਼ਤਿਆਂ 'ਚ ਸਾਡੇ ਕੋਲ ਮੌਰਗੇਜ ਦੀ ਜਿਹੜੀ ਰਿਕੁਐਸਟ ਆਉਂਦੀਆਂ ਪਈਆਂ ਨੇ, ਉਹ ਪਰਚੇਜ਼ ਵਾਸਤੇ ਘੱਟ ਆਉਂਦੀਆਂ ਨੇ, ਉਹ ਲਾਈਨ ਆਫ ਕ੍ਰੈਡਿਟ ਵਾਸਤੇ ਜ਼ਿਆਦਾ ਆਉਂਦੀਆਂ ਨੇ। ਉਹ ਲਾਈਨ ਆਫ ਕ੍ਰੈਡਿਟ ਵਾਸਤੇ ਕਿਉਂ ਆਉਂਦੀਆਂ ਨੇ, ਆਈ ਕੈਨ ਸ਼ੇਅਰ ਅ ਲਿਟਲ ਲੇਟਰ, ਲੇਕਿਨ ਪਰਚੇਜ਼ ਦੀ ਰਿਕੁਐਸਟ ਘੱਟ ਹੋ ਗਈਆਂ ਨੇ युद्धवीर जी। ਠੀਕ ਹੈ ਜੀ। ਮੈਂ ਇੱਕ ਵਾਰ ਫਿਰ ਨੰਬਰ ਅਨਾਊਂਸ ਕਰ ਦਵਾਂ ਕਮਲ ਭਾਟੀਆ ਜੀ ਦਾ। ਕਮਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੌਰਗੇਜ ਵਿਦ ਅ ਪੀਸ ਆਫ ਮਾਈਂਡ, ਜਦੋਂ ਮੌਰਗੇਜ ਦੀ ਗੱਲ ਆਏ ਤੇ ਤੁਸੀਂ ਕਮਲ ਭਾਟੀਆ ਜੀ ਨਾਲ ਤੁਸੀਂ ਸੰਪਰਕ ਕਰਨਾ ਹੈਗਾ। ਕੋਈ ਵੀ ਤੁਹਾਡਾ ਸਵਾਲ ਹੈ ਮੌਰਗੇਜ ਦੇ ਬਾਰੇ, ਬੇਝਿਜਕ ਹੋ ਕੇ ਕਾਲ ਕਰ ਲਓ, ਸਲਾਹ ਦਿੱਤੀ ਜਾਏਗੀ ਜੋ ਤੁਹਾਡੇ ਇੰਟਰਸਟ ਦੇ ਵਿੱਚ ਹੈਗੀ ਹੈ। ਮੌਰਗੇਜ ਵਿਦ ਅ ਪੀਸ ਆਫ ਮਾਈਂਡ, 416 564 6267, 416 564 6267, 416 564 6267, मॉर्गेज विद द पीस ऑफ माइंड, कमल भाटिया जी। कमल जी, बहुत शुक्रिया सर एंड थैंक यू सो मच, ऑल द बेस्ट। थैंक यू युद्धवीर जी। थैंक यू जी। और पंकज जी, ਤੁਹਾਡੀ ਓਪਨਿੰਗ ਸਟੇਟਮੈਂਟ ਹੁਣ ਸੁਣਦੇ ਹਾਂ ਜੀ। ਬਿਲकुल युद्धवीर जी, बेसिकली कमल भाटिया जी बोल ही गए ने 8.1%, एक्सपेक्टेड वैसे 8.5% ਸੀਗੀ, ਉਸ ਤੋਂ ਥੋੜੀ ਜੀ ਘਟ ਆਈ ਹੈ, ਵਿਚ ਕੈਨ ਬੀ ਅ ਰਿਲੀਫ, ਬਟ ਆਈ ਡੋਂਟ ਥਿੰਕ ਸੋ ਬੈਂਕ ਆਫ ਕੈਨੇਡਾ ਇਹਨੂੰ ਇੰਨਾ ਲਾਈਟਲੀ ਲਏਗਾ ਕਿ ਥੋੜਾ ਜਿਹਾ ਥੱਲੇ ਆਇਆ, ਕਿਉਂਕਿ ਅਗਰ ਕੋਰ ਇਨਫਲੇਸ਼ਨ ਵੀ ਦੇਖੀ ਜਾਵੇ ਜਿਹਦੇ 'ਚ ਅਸੀਂ ਐਨਰਜੀ ਔਰ ਫੂਡ ਨੂੰ ਕਾਊਂਟ ਨਹੀਂ ਕਰਦੇ, ਉਹ ਵੀ 5.1% ਪਹੁੰਚ ਚੁੱਕੀ ਹੈ, ਵਿਚ ਇਜ਼ ਵੈਰੀ ਵੈਰੀ ਹਾਈ। ਅਗਰ ਐਨਰਜੀ ਨੂੰ ਸਿਰਫ ਕੱਢ ਦਿੱਤਾ ਜਾਵੇ, ਫੂਡ ਦੀ ਕੋਸਟ ਵਿੱਚ ਲੈ ਲਿੱਤੀ ਜਾਵੇ, ਤਾਂ 6.3 ਦੇ ਕਰੀਬ ਬੈਠੇ ਹੋਏ ਹਾਂ ਅਸੀਂ। ਸੋ ਹਾਲੇ ਵੀ ਇਹ ਬਹੁਤ ਜ਼ਿਆਦਾ ਹੈ। ਸੋ ਬੈਂਕ ਆਫ ਕੈਨੇਡਾ ਨੂੰ ਇਹਦੇ ਤੇ ਐਕਸ਼ਨ ਲੈਣਾ ਹੀ ਪਏਗਾ। ਦੂਜੀ ਚੀਜ਼ ਹੈ, ਨੈਕਸਟ ਵੀਕ ਵੈਨਸਡੇ ਨੂੰ US ਦਾ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੈ, ਔਰ ਉੱਥੇ ਵੀ ਐਕਸਪੈਕਟਡ ਹੈ ਕਿ ਦੇ ਵਿਲ ਇਨਕਰੀਜ਼ 0.75। ਸੋ ਅਗਰ ਉਹ 0.75 ਲੈ ਕੇ ਜਾ ਰਹੇ ਨੇ ਤਾਂ ਬੈਂਕ ਆਫ ਕੈਨੇਡਾ ਤੇ ਥੋੜਾ ਜਿਹਾ ਪ੍ਰੈਸ਼ਰ ਹੈ ਇਸ ਚੀਜ਼ ਦਾ, ਅਦਰਵਾਈਜ਼ ਸਾਡੇ ਡਾਲਰ ਤੇ ਇੰਪੈਕਟ ਆਉਂਦਾ। ਸੋ ਆਈ ਥਿੰਕ ਸੋ ਜਿਹੜਾ ਹੈ ਅਗਲਾ ਜਿਹੜਾ ਸੈਪਟੈਂਬਰ 7 ਦੀ ਜਿਹੜੀ ਡੇਟ ਹੈ, 0.75 ਜਿਹੜੇ ਇਕੋਨਮਿਸਟ ਗੱਲ
गल कर रहे हैं इस वेले। पहला 1% की गल हो रही थी, लेकिन हुण 1 तो वापस 0.75 ते आ गए ने कि हो सकता है इस बारी फिर तो 0.75 बढ़ाया जाए। लेकिन ईयर एंड तक ये मन्निया जा रहा है कि हले 1% होर वधन की पूरी उम्मीद है युद्धवीर जी। और उस तो बाद डिपेंड करेगा कि किन्नी की इन्फ्लेशन असी घटा पाने आ, असी सॉफ्ट लैंडिंग की तरफ जा रहे हैं कि नहीं जा रहे हैं। अदरवाइज हो सकिया तो उन्होंने होर भी बढ़ाना पै सकता है, बट डिपेंड करता है। बट 1% ऑलमोस्ट कन्फर्म है एज ईयर एंड फेस जाते जाते जी युद्धवीर जी। ठीक है जी, गुड पॉइंट जी। और इस मौके के उत्ते असीं स्वागत करांगे रियल स्टेट का कोई सवाल पीके सबरवाल। पीके जी तुहाडा वाई मीडिया ग्रुप लो रेडियो वाई और चैनल वाई दे बहुत बहुत स्वागत है सर, वेलकम। Thank you, sir. Thank you very much, Yudhvir ji, and very good morning to all our listeners. जी Yudhvir जी। जी गुड मॉर्निंग सर। और हुण सुनते हैं तुहाडे कोलों सर ओपनिंग स्टेटमेंट। जी मैं सुन रहा सी हुणे मोंगा साहब की गल, मैं पूरी तो नहीं सुन सकिया, लास्ट ही सुनिया। बिल्कुल वैलिड पॉइंट ने मोंगा जी दे, और बिल्कुल इन्हां दी एनालिसिस बड़ी चंगी होंदी है, एंड आई ऑलवेज अप्रीशिएट दैट। मैनू मेरा एक गट फीलिंग है कहती है कि जिस तरह मैं शायद लास्ट टाइम किया सी, आई डोंट नो, कि हर वार के ना 3 पहलू होंगे ने। पहली स्टेज होंदी है एग्रेशन, दूसरी होंदी है बिल्कुल एक मीडियोकर, एक एवरेज, एक आम चलो जी आई चलाई हो रही है, एक बम इत्थे मारिया उत्थे मारिया, और तीजी होंदी है कंप्रोमाइज, जिथे दोनों कंट्री अपने आप नू जित साबित करके एक फैसला कर लेंदियां ने। आई थिंक इट इज ए सेकंड सिचुएशन ऑलरेडी गोइंग, और जितने थर्ड सिचुएशन आएगी, क्योंकि गैस जो है सब तो बड़ा फैक्टर है इस वक्त। पता नहीं मोगा जी ने इस बारे गल की कि नहीं, मैं क्योंकि शुरू सुन नहीं रहा सीगा। 54% जो बढ़िया है वो इन्फ्लेशन का बड़ा बड़ा कारण है। मैनू लग रहा है कि 1-2 महीने के अंदर किधर रशिया और यूक्रेन का कुछ ना कुछ कंप्रोमाइज टाइप होएगा, और सितंबर के अंदर शायद लास्ट जंप होएगा रेंट इंटरेस्ट इंक्रीज का। अगर तो 0.75% होया तो शायद अगे ना भी जाए, बट अज के हालात ने। पर मोंगा जी के पॉइंट्स कुछ सॉलिड है, पर मैं एज ए लेमैन गल कर रहा कि मैंने लगता है कि 7 सितंबर शायद लास्ट होएगा, क्योंकि इन्होंने भी यह देख लिया कि सिर्फ इंटरेस्ट रेट नाल कम नहीं बन रहा किसी हालत में। अगर गैस के प्राइस विचों हटा दियो तो इन्फ्लेशन 8.1 तो कट के 6.5 रह जाती है। तो मेरा यह मनना है। और बाकी रही घरों के प्राइजिज की गल, और प्राइजिज के अंदर जो है गल मैनू लग रही है कि जिस तरह उन्हें TD बैंक ने भी यह गल कही है, होर भी 1-2 बैंकों ने यह गल कही है कि 19% पीक तो थले आने के बाद रुकन की उम्मीद है, जोड़ा कि ऑलमोस्ट कंप्लीट हो चुका है। होर 2-4% गिरेगा, लेकिन यह सारा का मनना है, मेरा मैं भी शायद लास्ट में गल की सी जब मेरे जान तो पहले, कि फर्स्ट क्वार्टर तक प्राइस जो ने बिल्कुल लोएस्ट लेवल पे आके सेटल हो जाएंगे, और फिर उत्ते वाल मार्केट जाएगी, यह मेरा मनना है जी। ठीक है। ਇਹ ਜਿਹੜੀ ਇਸ ਸਮੇਂ ਇੰਟਰਸਟ ਰੇਟਸ ਵੱਧ ਰਹੇ ਨੇ, ਤੇ ਸਾਡੇ ਕੋਲ 2 ਐਕਸਪਰਟਸ ਮੌਜੂਦ ਨੇ, ਇੱਕ ਫਾਈਨੈਂਸ਼ੀਅਲ ਪਲੈਨਿੰਗ ਦੇ ਐਕਸਪਰਟ ਨੇ ਔਰ ਇੱਕ ਰੀਅਲ ਸਟੇਟ ਦੇ ਐਕਸਪਰਟ ਨੇ। ਦੋਨਾਂ ਤੋਂ ਇੱਕ ਪੁਆਇੰਟ ਜਿਹੜਾ ਲੈਣੇ ਹੈਗੇ ਕਿ ਇਸ ਸਿਨੈਰੀਓ ਦੇ ਦਰਮਿਆਨ ਜਦੋਂ ਇੰਟਰਸਟ ਰੇਟਸ ਵੱਧ ਰਹੇ ਨੇ, ਸੋ ਉਹਨਾਂ ਕੋਲੋਂ ਕੋਈ ਨਾ ਕੋਈ ਟਿਪ ਲੈਣੇ ਆ। ਪੰਕਜ ਜੀ ਪਹਿਲਾਂ ਤੁਹਾਡੇ ਕੋਲੋਂ ਟਿਪ ਲੈਣੇ ਆ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ। ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਨਹੀਂ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਜ਼ਿਆਦਾ ਕਰੀਏ ਘੱਟ ਕਰੀਏ ਇਸ ਚੇਂਜਿੰਗ ਸਿਨੈਰੀਓ ਦੇ ਵਿੱਚ, ਪਲੀਜ਼। ਇਹ ਡਿਪੈਂਡ ਕਰਦਾ ਹੈ युद्धवीर जी, ਤੁਹਾਡੀ ਸਿਚੁਏਸ਼ਨ ਕੀ ਹੈਗੀ ਹੈ, ਹਰ ਇੰਡੀਵਿਜੂਅਲ ਤੇ ਡਿਪੈਂਡ ਕਰੇਗਾ। ਅਗਰ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਔਰ ਸਿਰਫ ਤੁਸੀਂ हैंड टू माउथ चल रहे हो या ਇਹ ਜੀ ਸਿਚੁਏਸ਼ਨ 'ਚ ਹੈਗੇ ਹੋ, ਤਾਂ ਪਲੀਜ਼ ਜੋੜਨਾ ਸ਼ੁਰੂ ਕਰੋ ਇਸ ਵੇਲੇ, ਕਿਉਂਕਿ ਆਉਣ ਵਾਲਾ ਟਾਈਮ ਸਾਨੂੰ ਨਹੀਂ ਪਤਾ। ਹਲੇ ਅਸੀਂ ਇਹ ਕਹਿ ਰਹੇ ਹਾਂ ਕਿ ਸੌਫਟ ਲੈਂਡਿੰਗ ਹੋ ਜਾਏਗੀ, ਕੋਈ ਰਿਸੈਸ਼ਨ ਦੀ ਗੱਲ ਕਰਦੇ ਹਾਂ ਵੀ ਹੋ ਸਕਦਾ ਹੈ। ਸੋ ਅਗਰ ਬਾਏ ਚਾਂਸ ਸੌਫਟ ਲੈਂਡਿੰਗ ਨਹੀਂ ਹੁੰਦੀ ਔਰ ਅਸੀਂ ਰਿਸੈਸ਼ਨ 'ਚ ਚਲੇ ਜਾਂਦੇ ਹਾਂ, ਤਾਂ ਤੁਹਾਡੇ ਕੋਲ ਪੈਸਾ ਪਿਆ ਹੋਣਾ ਚਾਹੀਦਾ ਹੈ। ਮੇਰੇ ਹਿਸਾਬ ਨਾਲ ਹੁਣ ਐਟਲੀਸਟ ਤੁਹਾਡੇ ਕੋਲ 1 ਸਾਲ ਦਾ ਪੈਸਾ ਪਿਆ ਹੋਣਾ ਚਾਹੀਦਾ ਜਦੋਂ ਤੁਸੀਂ ਸੇਵਿੰਗ ਦੀ ਗੱਲ ਕਰ ਰਹੇ ਹੋ। ਤਾਂ ਹੁਣ ਤੁਸੀਂ ਆਪਦੇ ਖਰਚੇ ਘਟਾਓ, ਵਿਚ ਵਿਲ ਬੀ ਏ ਹੈਲਪ ਆਲਸੋ ਫॉर गवर्नमेंट। बैंक ऑफ कैनेडा भी यही चाह रहा है कि तुसी डिमांड घटे, तां ही वो इंटरस्ट रेट घटा रहा है। सो तुसी सेविंग की तरफ चले जाओ, उधरों अपने आप ही डिमांड घट जाएगी, हो सकता है उन्होंने इंटरस्ट रेट बढ़ाने की जरूरत ही ना पवे होर ज्यादा,
क्योंकि तुसी डिमांड घटा दी। दूजा सिचुएशन, मैं सिर्फ 2 सिचुएशन की गल कर रहा। दूजा सिचुएशन, अगर तुहाडे कोल पैसे हैगे ने, तुसी इन्वेस्ट करना चाह रहे हो, वेरी गुड पॉइंट, क्योंकि इस वेले मार्केट लगभग 25% तो 30% थले ने जी। बहुत सारे स्टॉक है जिन्हें जिहड़े कि हुण असीं ये सोच रहे हैं कि बॉटम आ चुके हैं उन्हां दा। सो वो सिचुएशन च अगर तुसी अच्छा खासा कमाना चाह रहे हो आने वाले साल 1.5 साल, पर तुहाडे कोल टाइम लिमिट होनी चाहिए एटलीस्ट 2 साल। मैं नहीं कहूँगा 6 महीने तुसी कमा लोगे। सो तुहाडे कोल अगर 2 साल का टाइम है, 2 साल तुसी इन्वेस्ट करके छड़ सकते हो, तो ये बहुत सही पॉइंट है। इस वेले जिहड़े लोग कमाना चाह रहे हैं, जिन्हां कोल पैसा हैगा है, कैश पे है, they should invest right now in the market। अगर तुहानू खुद नू नॉलेज नहीं है तो किसी फाइनेंशियल प्लानर नू मिलो, किसी नू नहीं जानते हो तो मैनू मिल सकते हो। मेरा सीधा एग्जांपल है जी, मेरा एग्जांपल क्यों नहीं देंदे मोगा जी, क्यों शर्मा रहे हो तुसीं? मेरे को हर हफ्ते पवा रहे हो, मेरे को हर हफ्ते पैसा पवा रहे हैं जी बिना पुछे। मैनू कहंदे जी अकाउंट तो मैं ट्रांसफर कर रहा, कर दिओ, तो जी पावर दी हुई इन्होंने, और यह कहते जी बैलेंस आउट हो जाएगा। इज ए वेरी गुड पॉइंट, बहुत सॉलिड पॉइंट है कि बैलेंस आउट हो जाएगा। क्योंकि अगर तुसीं हाई मार्केट के उत्ते पैसा पा रहे हो, क्योंकि मेरे को हर हफ्ते पवांदे ने, तो अगर हाई मार्केट अंदर पा रहे हो और लोएस्ट मार्केट पा रहे हो तो बैलेंस आउट हो जाता है, और वो ना बेनिफिट तुहानू लोअर मार्केट चला जाता है। और मैं बिल्कुल आंख बंद करके रखी हुई है, मेरे वाइफ के नाते तुसीं पाते हो। सीधा एग्जाम्पल दे दिया करो, डोंट वरी मोंगा साहब, मेरे कोई प्राइवेसी नहीं हैगी। थैंक यू पीके जी। हाँ, कोई प्राइवेसी नहीं हैगी मेरे नाल तुहाडी, और मैनू भी कोई शर्म नहीं हैगी। जो मन दे अंदर है, मन दे बाहर है, और बड़ा क्लीयर है। मैनू लॉजिक बड़ा जबरदस्त थोड़ा समझ आ गया सीगा कि तुसीं हाई लेवल के उत्ते भी पीके जी पा रहे सी हर हफ्ते, हुण लो दे भी पाओ, तो बैलेंस आउट हो जाएगा तुहाडा। एक होर वर्ड सी टेक्निकल जिहड़ा मैं भुल गया, तुसीं की किहा सी? डॉलर कॉस्ट एवरेजिंग कहंदे ने सर इहनू, डॉलर कॉस्ट एवरेजिंग वर्ड तुसीं किहा सी मैनू, ते एवरेजिंग हो जाती है। और वो चीज़ मैनू बड़ी ज्यादा समझ आई, क्योंकि हुण थोड़ा जिहा कल दा न्यूज़ सी दा झटका लग्या उत्ते वल जाण दा, तो मैनू बेनिफिट दे गया इमीडिएटली। जी जी बिल्कुल, मेरा झटका थोड़ा जो पाया सीगा वो बेनिफिट दे गया मैनू। दिस इज ए वेरी सॉलिड पॉइंट जिहड़ा कि जिन्हें कहंदे ने, मैं बड़ा अप्रीशिएट करना इस गल नू जी। थैंक यू पीके जी, थैंक यू वेरी मच। हुण यदवीर जी मैनू कुछ और बोलने की जरूरत ही नहीं है, पीके जी ने वैसे ही दस दिता। बिल्कुल बिल्कुल दस दिता जी। हुण तुसीं तुहानू सिर्फ तुसीं अपना फोन नंबर दस दो जी। पंकज जी फोन नंबर दसो जी। जी मेरा फोन नंबर है 6472851007, 647-285-1007। मेरी वेबसाइट तो भी नंबर ले सकते हो, pankajmoga.com। थैंक यू पीके जी, थैंक यू सर, थैंक यू पीके जी। और पीके जी हुण एक तुसीं रियल एस्टेट के बारे भी कोई सलाह मशवरा दिओ कि इस वेले घर खरीदण दा समय है, वेचण दा समय है, की करना चाहिए, इन्वेस्टमेंट करिए रियल एस्टेट च ना करिए सर? बिल्कुल जी, मैं तुहानू दस रहा कि 2-4 महीने रह गए ने। मैं हुण तक कहंदा आ रहा सीगा कि तुसीं बिल्कुल जल्दबाजी ना करो। हुण मैं तुहानू वो जल्दबाजी वाला वर्ड हटा के मैं कह रहा कि तुसीं देखना शुरू कर दिओ, देखना शुरू कर दिओ, और हैमरिंग हिटिंग ना हिट, वो हिट शुरू कर दिओ, ना कि सिर्फ घूमते फिरते रहो। दिस इज द टाइम कि हुण तुसीं अपनी शॉप राउंड करके हुण तुसीं घर लेना शुरू कर दिओ। पीक हर चीज़ आ रहा है, गिरन का भी पीक आ रहा है, गिरन का पीक, और इंटरेस्ट रेट जंप का भी पीक आ रहा है। यह चीज़ वो टाइम आ रहा है जिस वक्त तुसीं हुण घर जिन्होंने कहते हैं वो थोड़ी जी लेना शुरू कर दो। बड़ी इंटरेस्टिंग चीज़ तुहानू मैं फिगर देना कि मई के महीने के अंदर घरां दे अंदर टोरंटो के अंदर टोटल 2 घर विके सी जी बिल्डरां दे, टोटल 2 घर विके सीगे। और अगर असीं गल करिए पूरे जीटी के अंदर, ते वो जिहड़ा घर जे सीगे वो 62% डाउन होए सीगे सेल मई के महीने च, यानी कि उसके बाद जून के महीने च इहदे अंदर जान आनी शुरू हो गई। ते नाउ इज द टाइम टू हिट द मार्केट एंड स्टार्ट बाइंग। बहुत घूम लिया हुण 2-3 महीने फरवरी के बाद असीं बहुत देख लिया, तो दिस इज द टाइम मेरे हिसाब नाल। हुण तुसीं एक्टिव हो जाओ, किधर ऐ ना होए तुसीं कहो लो जी कीमत वधनी शुरू हो गई, साढ़े हत्थों ऐ भी मार्केट चली गई जी। जी जी बिल्कुल बिल्कुल। तो देखना शुरू कर सकते हैं, तुसीं प्लान कर सकते हो रियल एस्टेट का। कोई सवाल पीके सब्रवाल 647-299-4757 नंबर फिर नोट कर लो 6472994757, ਇਹਦੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੁਹਾਡੇ ਲਈ ਸਵਾਲ ਹੈ ਜੀ ਪੰਕਜ ਜੀ। ਯੁਧਵੀਰ ਸਰ, क्वेश्चन फॉर मोगा जी, व्हाट विल बी द इफेक्ट ऑफ raising interest rate on Canadian and US banking sector? Which sector will benefit of this crazy rate hike of 1%? जी पंकज जी।
ਦੇਖੋ ਇਹ ਤਾਂ ਮੰਨ ਕੇ ਚੱਲੋ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਟ ਹੁੰਦੇ ਨੇ ਜਿਹੜੇ ਜਿਵੇਂ ਲੋਨ ਦਿੰਦੇ ਨੇ ਜਾਂ ਕੁਛ ਹੈ, ਇਹਨਾਂ ਨੂੰ ਬੈਨੀਫਿਟ ਇਹਨਾਂ ਚੀਜ਼ਾਂ ਨਾਲ ਹੁੰਦਾ ਹੈ। ਇੰਸ਼ੋਰੈਂਸ ਕੰਪਨੀਆਂ ਨੂੰ ਲੈ ਲਓ ਤੁਸੀਂ, ਇੰਸ਼ੋਰੈਂਸ ਕੰਪਨੀਆਂ ਕੀ ਕਰਦੀਆਂ ਨੇ ਸਰ, ਜਿੰਨਾ ਕੋਈ ਇੰਸ਼ੋਰੈਂਸ ਦਿੰਦੀਆਂ ਨੇ ਉਹਨਾਂ ਕੋਲ ਉਹਨੇ ਐਸੈਟ ਹੋਣੇ ਚਾਹੀਦੇ ਨੇ। ਮਤਲਬ ਅੱਜ ਸਾਰੇ ਮਰ ਜਾਣ, ਉਹਨਾਂ ਨੂੰ ਸਾਰੇ ਕਲੇਮ ਦੇਣੇ ਪੈ ਜਾਣ, ਤਾਂ ਉਹਨੇ ਕੋਲ ਉਹਨਾਂ ਐਸੈਟ ਹੋਣਾ ਚਾਹੀਦਾ ਜਾਂ ਉਹਨਾਂ ਕੈਸ਼ ਪਿਆ ਹੋਣਾ ਚਾਹੀਦਾ ਹੈ। ਉਹਨਾਂ ਨੂੰ ਅਗਰ ਉਹਦੇ ਤੇ ਇੰਟਰਸਟ ਜ਼ਿਆਦਾ ਮਿਲਦਾ ਪਿਆ ਹੈ, ਅਗਰ ਉਹਨਾਂ ਦਾ ਇਹ ਇੰਟਰਸਟ ਵੱਧ ਗਿਆ ਹੈ, ਤਾਂ ਉਹਨਾਂ ਦੇ ਪ੍ਰੋਫਿਟ ਵਧਣਗੇ ਕਿਉਂਕਿ ਉਹਨਾਂ ਨੂੰ ਘੱਟ ਐਸੈਟ ਲੈਣੇ ਪੈ ਰਹੇ ਨੇ, ਉਹ ਜ਼ਿਆਦਾ ਇਨਵੈਸਟ ਕਰ ਸਕਦੇ ਨੇ। ਸੇਮ ਸਿਚੁਏਸ਼ਨ ਇੱਧਰ ਵੀ ਆ ਜਾਂਦੀ ਹੈ, ਅਗਰ ਮੇਰੇ ਕੋਲ ਇੰਟਰਸਟ ਜ਼ਿਆਦਾ ਆ ਰਿਹਾ ਹੈ ਤਾਂ ਮੇਰੇ ਕੋਲ ਪੈਸਾ ਜ਼ਿਆਦਾ ਆ ਰਿਹਾ ਬੈਂਕ 'ਚ ਵੀ, ਸੋ ਮੈਂ ਜ਼ਿਆਦਾ ਇਨਵੈਸਟ ਕਰ ਸਕਦਾ। ਸੋ ਬੇਸਿਕਲੀ ਬੈਂਕਿੰਗ ਸੈਕਟਰ, ਫਾਈਨੈਂਸ਼ੀਅਲ ਸੈਕਟਰ ਨੂੰ ਜਦੋਂ ਇੰਟਰਸਟ ਰੇਟ ਵੱਧਦੇ ਨੇ ਤਾਂ ਥੋੜ੍ਹਾ ਜਿਹਾ ਬੈਨੀਫਿਟ ਹੁੰਦਾ ਹੈ। ਬਾਕੀ ਤਾਂ ਉਹਨਾਂ ਦਾ ਬੈਨੀਫਿਟ ਉਹਨਾਂ, ਕਿਉਂਕਿ ਉਹਨਾਂ ਨੇ ਦੇਣਾ ਵੀ ਉਹਨਾਂ ਹੀ ਹੁੰਦਾ ਹੈ। ਹੁਣ ਤੁਸੀਂ ਦੇਖੋ ਜਿਹੜੇ GIC ਦੇ ਰੇਟ ਹੁੰਦੇ ਨੇ ਉਹ ਬੜੇ ਹੀ ਪ੍ਰਾਈਮ ਰੇਟ ਦੇ ਨਾਲ ਬੰਨੇ ਹੁੰਦੇ ਨੇ, ਮੋਰਗੇਜ ਜਿਹੜੇ ਹੁੰਦੇ ਨੇ ਪ੍ਰਾਈਮ ਰੇਟ ਨਾਲ ਬੰਨੇ ਹੁੰਦੇ ਨੇ, ਵੀ ਜਿੰਨਾ ਉਹਨਾਂ ਨੂੰ ਦੇਣਾ ਪੈ ਰਿਹਾ ਹੈ ਉਸ ਤੋਂ ਥੋੜਾ ਜਿਹਾ ਜ਼ਿਆਦਾ ਚਾਰਜ ਕਰਦੇ ਨੇ ਹਮੇਸ਼ਾ। ਜਿਹੜਾ 5 ਈਅਰ ਬੌਂਡ ਦਾ ਰੇਟ ਹੈ ਜਾਂ ਉਹਦੇ ਤੇ ਜਿਵੇਂ ਮੋਰਗੇਜ ਦੇ ਰੇਟ ਬਹੁਤ ਜ਼ਿਆਦਾ ਇੰਪੈਕਟ ਕਰਦੇ ਨੇ। ਮੋਰਗੇਜ ਰੇਟ ਐਕਚੁਅਲੀ ਬੌਂਡ ਰੇਟ ਤੋਂ, ਕਿਉਂਕਿ ਅਗਰ ਬੌਂਡ 'ਚ ਉਹਨਾਂ ਨੂੰ 4% ਮਿਲਦਾ ਪਿਆ ਤਾਂ ਤੁਹਾਨੂੰ ਉਹ ਮੋਰਗੇਜ ਕਿਉਂ ਦੇਣਗੇ 4% ਤੇ ਜਾਂ 3% ਤੇ, ਕਿਉਂਕਿ ਪੈਸਾ ਉਹਨਾਂ ਦਾ ਸਿਕਿਉਰ ਉੱਥੇ 4% ਹੀ ਮਿਲਦਾ ਪਿਆ ਉਹਨਾਂ ਨੂੰ। ਸੋ ਬੇਸਿਕਲੀ ਅਗਰ 4% ਬੌਂਡ ਹੈ ਤਾਂ ਤੁਹਾਨੂੰ 5% ਜਾਂ 5.5% ਤੇ, ਕਿਉਂਕਿ ਉਹ ਰਿਸਕ ਇਨਵੋਲਵ ਹੈ ਉਹਦੇ 'ਚ ਜਦੋਂ ਮੋਰਗੇਜ ਤੁਸੀਂ ਜਾ ਰਹੇ ਹੋ। ਸੋ ਬੇਸਿਕਲੀ ਇਹ ਸਾਰੀਆਂ ਚੀਜ਼ਾਂ ਬਣੀਆਂ ਹੁੰਦੀਆਂ ਨੇ ਇੰਟਰਸਟ ਰੇਟ ਨਾਲ। ਸੋ ਫਾਈਨੈਂਸ਼ੀਅਲ ਇੰਸਟੀਟਿਊਟ ਨਾਰਮਲੀ they get benefit, but situation ਇਸ ਵੇਲੇ ਇਹ ਹੈ ਕਿ ਜੇਕਰ ਜਿਵੇਂ ਹੁਣ ਹਾਊਸਿੰਗ ਪ੍ਰਾਈਸ ਜਿਹੜੇ ਨੇ ਜਿਹੜੇ ਥੋੜੇ ਜਿਹੇ ਡਿੱਗੇ ਨੇ, ਉਹਦੀ ਵਜ੍ਹਾ ਨਾਲ ਜਿਹੜੀ ਸੇਲ ਰੁਕੀ ਹੈ, ਹੁਣ ਉਹਦੇ ਵਜ੍ਹਾ ਨਾਲ ਉਹਨਾਂ ਨੂੰ ਥੋੜਾ ਜਿਹਾ ਨੁਕਸਾਨ ਵੀ ਹੋ ਰਿਹਾ, ਕਿਉਂਕਿ ਉਹ ਇੰਨਾ ਮੋਰਗੇਜ ਨਹੀਂ ਲੈ ਰਹੇ ਨੇ। ਉਹ ਜਿੰਨਾ ਮੋਰਗੇਜ ਪਹਿਲਾਂ ਦੇ ਪਾ ਰਹੇ ਸੀ, ਉਹਨਾਂ ਦੀ ਉਹ ਇਨਕਮ ਸੀਗੀ ਉਹ ਘਟਣੀ ਸ਼ੁਰੂ ਹੋ ਗਈ ਹੈ। ਸੋ ਦੋਨੋਂ ਪਾਸੇ ਚੀਜ਼ਾਂ ਚੱਲਦੀਆਂ ਨੇ, ਬਟ ਐਂਡ ਆਫ ਦਾ ਡੇ ਦੇ ਸਟਿਲ ਸਟੈਂਡ ਟੂ ਗੇਨ ਫਰੋਮ ਇੰਟਰਸਟ ਰੇਟ। ਜੀ ਠੀਕ ਹੈ ਜੀ। ਔਰ ਵੱਡੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹੈਗੇ ਹਾਂ। ਇਹਦਾ ਅਸਰ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੇਰਾ ਨਹੀਂ ਖਿਆਲ ਵੀ ਦੁਨੀਆ 'ਚ ਐਸਾ ਕੋਈ ਮੀਡੀਆ ਜਿਹੜਾ ਇਹਨੂੰ ਫੋਲੋ ਨਹੀਂ ਕਰ ਰਿਹਾ। ਇਹ ਇੱਕ ਐਸੇ ਇੰਡੀਅਨ ਓਰੀਜਨ ਦੇ ਬੰਦੇ ਦੀ ਖਬਰ ਹੈ ਜਿਹਨੂੰ ਦੁਨੀਆ ਭਰ ਤੋਂ ਫੋਲੋ ਕਰ ਰਿਹਾ। ਔਰ ਅੱਜ ਕੱਲ੍ਹ ਸਾਡੇ ਵਾਈ ਮੀਡੀਆ 'ਚ ਮੈਂ ਇਹਨਾਂ ਨੂੰ ਸਭ ਨੂੰ ਦੱਸਿਆ ਹੋਇਆ ਵੀ ਦੇਖਦੇ ਹਾਂ ਜੀ, ਰੇਡੀਓ ਵਾਈ ਸਭ ਤੋਂ ਅੱਗੇ ਚੱਲ ਰਿਹਾ, ਮੀਡੀਆ ਅਖਬਾਰ ਚੱਲ ਰਿਹਾ, ਸਾਊਥ ਏਸ਼ੀਅਨ ਡੇਲੀ ਚੱਲ ਰਿਹਾ, ਪਰ ਮੈਂ ਦੇਖਦਾ ਕਿ ਸਾਡੀ ਜਿਹੜੀ ਚੈਨਲ ਵਾਈ ਦੀ ਟੀਮ ਹੈ ਉਹ ਬਾਜ਼ੀ ਮਾਰ ਜਾਂਦੀ ਹੈ। ਅੱਜ ਫਿਰ ਦੁਬਾਰਾ ਬ੍ਰੇਕਿੰਗ ਨਿਊਜ਼ 'ਚ ਮੈਂ ਦੇਖ ਰਿਹਾ ਕਿ ਬਾਜ਼ੀ ਮਾਰ ਗਿਆ ਚੈਨਲ ਵਾਈ ਦੀ ਟੀਮ। ਵੱਡੀ ਬ੍ਰੇਕਿੰਗ ਨਿਊਜ਼, ਰਿਸ਼ੀ ਸੁਨਕ ਜਿਹੜੇ ਨੇ ਜੀ ਆਖਰੀ 2 ਦੇ ਵਿੱਚ ਪਹੁੰਚ ਗਏ ਨੇ। ਸੋ ਬ੍ਰਿਟਨ ਦੇ ਵਿੱਚ ਅਗਲਾ ਪ੍ਰਧਾਨ ਮੰਤਰੀ ਇੰਡੀਅਨ ਓਰੀਜਨ ਦਾ ਹੋ ਸਕਦਾ ਹੈਗਾ। ਰਿਸ਼ੀ ਸੁਨਕ ਆਖਰੀ 2 ਦੇ ਵਿੱਚ ਪਹੁੰਚ ਗਏ ਨੇ। ਹੁਣ ਤੋਂ ਕੁਛ ਹੀ ਮਿੰਟ ਪਹਿਲਾਂ, 2 ਮਿੰਟ ਪਹਿਲਾਂ ਇਹ ਖਬਰ ਜਿਹੜੀ ਹੈ ਫਲੈਸ਼ ਹੋਈ ਹੈ, ਬ੍ਰੇਕਿੰਗ ਨਿਊਜ਼ ਚੈਨਲ ਵਾਈ ਦੇ ਉੱਤੇ ਫਲੈਸ਼ ਹੋਈ ਹੈ। ਮੈਂ ਅੱਜ ਕੱਲ੍ਹ 24 ਘੰਟੇ ਚੈਨਲ ਵਾਈ ਔਨ ਕਰਕੇ ਰੱਖਦਾ ਪਿੱਛੇ, ਤਾਂ ਕਿ ਕੋਈ ਵੀ ਖਬਰ ਹੈ ਜਿਹੜੀ ਮੈਨੂੰ ਫੌਰਨ ਇੱਥੋਂ ਪਤਾ ਲੱਗਦੀ ਰਹੇ। ਬ੍ਰੇਕਿੰਗ ਨਿਊਜ਼ ਚੈਨਲ ਵਾਈ ਦੇ ਉੱਤੇ ਫਲੈਸ਼ ਹੋਈ ਹੈ। ਰਿਸ਼ੀ ਸੁਨਕ ਔਰ ਲਿਜ਼ ਟਰਸ 2 ਜਣੇ ਰਹਿ ਗਏ ਨੇ ਸਿਰਫ। ਸੋ ਬ੍ਰਿਟਨ ਦਾ ਅਗਲਾ ਪ੍ਰਧਾਨ ਮੰਤਰੀ ਇੰਡੀਅਨ ਓਰੀਜਨ ਦਾ ਹੋ ਸਕਦਾ ਹੈ। 3 ਬੰਦੇ ਸੀਗੇ। ਪੈਨੀ ਮੋਰਡੈਂਟ ਜਿਹੜੇ ਨੇ ਉਹਨਾਂ ਨੂੰ 105 ਵੋਟਾਂ ਮਿਲੀਆਂ ਨੇ ਔਰ ਉਹ ਬਾਹਰ ਹੋ ਗਏ ਨੇ ਪੈਨੀ ਮੋਰਡੈਂਟ। ਸੋ ਰਿਸ਼ੀ ਸੁਨਕ ਜਿਹੜੇ ਨੇ 5ਵੇਂ ਰਾਊਂਡ ਦੀਆਂ ਵੋਟਿੰਗ ਦੇ ਰਿਜ਼ਲਟ ਆਏ ਨੇ ਹੁਣੇ ਬਾਹਰ ਕੁਝ ਮਿੰਟ ਪਹਿਲਾਂ। 137 ਵੋਟਸ ਮਿਲੀਆਂ ਨੇ ਰਿਸ਼ੀ ਸੁਨਕ ਨੂੰ ਔਰ ਲਿਜ਼ ਟਰਸ ਨੂੰ 113। ਸੋ ਸਿਰਫ 2 ਜਣੇ ਹੁਣ ਰਹਿ ਗਏ ਨੇ। ਮੈਂ ਪਹਿਲਾਂ ਵੀ ਐਕਸਪਲੇਨ ਕਰ ਚੁੱਕਾ ਹਾਂ ਕਿ ਪ੍ਰੋਸੀਜਰ ਕੀ ਹੈਗਾ ਅੱਗੇ ਦਾ। ਜਸਟ ਇਨ ਕੇਸ ਤੁਸੀਂ ਨਹੀਂ ਸੁਣਿਆ, ਮੈਂ ਅੱਗੇ ਚੱਲ ਕੇ ਪੂਰੀ ਡਿਟੇਲ ਦੇ ਜਿਹੜਾ ਉਹ ਪ੍ਰੋਸੀਜਰ ਐਕਸਪਲੇਨ ਕਰਾਂਗਾ। ਠੀਕ ਹੈ ਜੀ। ਪ੍ਰਤਾਪ ਸਾਹਿਬ ਨੇ ਹਮੇਸ਼ਾ ਕੋਈ ਮਜ਼ਾਕ ਵਾਲੀ ਗੱਲ ਬੜੇ ਇੰਟਰਸਟਿੰਗ ਸਟਾਈਲ ਨਾਲ, ਇਹਨਾਂ ਦਾ ਜਿਹੜਾ ਮਜ਼ਾਕ ਹੁੰਦਾ ਨਾ ਉਹ ਬਿਲ ਮੋਹਰ ਸਟਾਈਲ ਹੁੰਦਾ ਹੈ, ਨੌਲੇਜ ਵੀ ਹੁੰਦੀ ਔਰ ਮਜ਼ਾਕ ਵੀ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਬਿਕਾਜ਼ ਲਾਈਟ ਟਰੈਵਲ ਦੈਨ ਸਾਊਂਡ, ਚੈਨਲ ਵਾਈ। ਸੋ ਚੈਨਲ ਵਾਈ ਜਿਹੜਾ ਹੈ ਜੀ ਲਾਈਟ ਔਰ ਸਾਊਂਡ ਤੋਂ ਵੀ ਤੇਜ਼ ਚੱਲਦਾ ਹੈ। ਬਿਲਕੁਲ ਠੀਕ ਕਿਹਾ ਜੀ ਤੁਸੀਂ। ਮੈਂ ਟੀਮ ਨੂੰ ਇਹੀ ਕਹਿੰਦਾ ਕਿ ਲਾਈਟ ਤੋਂ ਵੀ ਤੇਜ਼, ਬਿਜਲੀ ਤੋਂ ਰਫ਼ਤਾਰ ਤੇਜ਼ ਹੋਣੀ ਚਾਹੀਦੀ ਹੈ, ਸਾਊਂਡ ਤੋਂ ਸਾਡੀ ਰਫ਼ਤਾਰ ਤੇਜ਼ ਹੋਣੀ ਚਾਹੀਦੀ ਹੈ। ਸੋ ਚੈਨਲ ਵਾਈ ਦੀ ਟੀਮ ਨੂੰ ਇਹੀ ਕਿਹਾ ਹੋਇਆ ਮੈਂ। ਖੈਰ ਗੱਲਬਾਤ ਸਾਡੀ ਇਸੇ ਤਰ੍ਹਾਂ ਜਾਰੀ ਹੋਏਗੀ। ਪੀਕੇ ਜੀ ਅੱਗੇ ਪੰਕਜ ਜੀ, ਆਈ ਐਮ ਸ਼ੋਰ ਇਹ ਤੁਹਾਡੇ ਡਿਪਾਰਟਮੈਂਟ ਦਾ ਕੰਮ ਹੈ। ਫਾਈਨੈਂਸ ਮਿਨਿਸਟਰ ਰਹੇ ਨੇ ਔਰ ਬ੍ਰਿਟਨ ਨੂੰ ਕੋਵਿਡ ਦੇ ਦਰਮਿਆਨ ਇਕੋਨਮੀ ਦੇ ਵਿੱਚ, ਫਾਈਨੈਂਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਡੀਲ ਕੀਤਾ ਹੈ, ਇਹਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਜਾ ਰਹੀ ਹੈ ਰਿਸ਼ੀ ਸੁਨਕ ਹੋਣਾ ਦੀ ਐਜ਼ ਅ ਫਾਈਨੈਂਸ ਮਿਨਿਸਟਰ। ਔਰ ਲੱਗ ਰਿਹਾ ਹੈ ਕਿ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੇ ਹੁਣ ਤਾਂ 2 ਹੀ ਜਣੇ ਰਹਿ ਗਏ ਨੇ। ਸੋ ਮੈਂ ਅੱਗੇ ਚੱਲ ਕੇ ਐਕਸਪਲੇਨ ਕਰਾਂਗਾ ਇਹਦੀ ਡਿਟੇਲ। ਸੋ ਉਹ ਅਸੀਂ ਹੁਣ ਇਸ ਵੇਲੇ ਚੜ੍ਹਦੀ ਹੈ ਬੜੀਆ। ਨਾਰਾਇਣ ਮੂਰਤੀ ਜੀ ਨੇ ਬੜਾ ਸੋਚ ਸਮਝ ਕੇ ਆਪਦਾ ਸਾਡੇ ਲਾ ਬਣਾਇਆ ਸੀ ਉਹਨਾਂ ਨੂੰ। ਸਹੀ ਕਹਿ ਰਹੇ ਹੋ ਸਰ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪੰਕਜ ਜੀ। ਨਾਰਾਇਣ ਮੂਰਤੀ ਸਾਹਿਬ ਨੇ ਬਹੁਤ ਸੋਚ ਸਮਝ ਕੇ ਦਾਮਾਦ ਚੁਣਿਆ ਹੈ। ਨਾਰਾਇਣ ਮੂਰਤੀ ਸਾਹਿਬ ਖੁਦ ਬੜੇ ਟੈਲੈਂਟਡ ਨੇ, ਇਨਫੋਸਿਸ ਦੇ ਮਾਲਿਕ ਨੇ ਔਰ ਇੱਥੇ ਰਿਸ਼ੀ ਸੁਨਕ ਸਾਹਿਬ। ਚਲੋ ਇਹਨਾਂ ਦੇ ਬਾਰੇ ਗੱਲ ਜਾਰੀ ਰੱਖਾਂਗੇ। ਮੈਂ ਪੀਕੇ ਜੀ ਤੁਹਾਨੂੰ ਲਿਆਵਾਂਗਾ। ਕੋਈ ਸੈਮੀਨਾਰ, ਕੋਈ ਪ੍ਰੋਜੈਕਟ, ਕੋਈ ਨਵੀਂ ਕੋਈ ਚੀਜ਼ ਆ ਰਹੀ ਹੈ ਰੀਅਲ ਸਟੇਟ ਦੇ ਵਿੱਚ, ਕੋਈ ਅਪਰਚੁਨਿਟੀ ਹੈ, ਉਹ ਦੱਸੋ ਸਰ ਇਸ ਸਮੇਂ।
इस वक्त साढ़े को एलोकेशन आने वाली है डिजाइन डिस्ट्रिक्ट काउंटर की बड़ी चर्चा तुम हर जगह सुन रहे होगे देन तो कोई भी दे देगा लेकिन सोच समझ के और लाइफ लॉन्ग कमिटमेंट के नाल टीम सब्बरवाल वी आर वेरी प्राउड टू से कि वी आर ऑलवेज देयर कमिटमेंट एंड द बेस्ट ऑफ द बेस्ट यूनिट द डिजाइन डिस्ट्रिक्ट हैमिल्टन के अंदर जो है वो एलोकेशन वगैरह साढ़े को आ जाएगी प्लीज कंटैक्ट अस वी आर सेलिंग दिस प्रोजेक्ट बहुत प्रेस्टिजियस प्रोजेक्ट हैगा 931 यूनिट्स हैगे ने और 19,000 ਦੇ प्लस स्क्वेयर फीट ਦਾ इंडोर आउटडोर सारी एमिनिटीज हैगियां ने 3 टावर आ रहे ने ब्यूटीफुल मैकमास्टर एंड मोहाक कॉलेज ਦੇ बिल्कुल कोल एंड ਹੋਰ ਇਹਦੇ ਬਾਰੇ ਚ ਅੱਗੇ ਜੋ ਕੀ ਗੱਲ ਕਰਾਂਗੇ फॉर डिजाइन डिस्ट्रिक्ट हैमिल्टन यू कैन कॉन्टैक्ट अस टेक्स्ट मी और सारा वैबसाइट ਨੂੰ ਤੁਸੀਂ teamsabbarwal.com ਤੇ ਵੀ ਜਾ ਸਕਦੇ ਹੋ ਜਾਂ ਮੈਨੂੰ ਟੈਕਸਟ ਕਰ ਸਕਦੇ ਹੋ 6472994757 and we'll get back to you today itself जी ठीक है जी हाँ जी पंकज जी जी ਜੁਦਵੀਰ ਜੀ ਜਿਹੜੀ ਪਹਿਲਾਂ ਮੈਂ ਗੱਲ ਕਰ ਰਿਹਾ ਸੀ ਇਨਵੈਸਟਮੈਂਟ ਦੀ बिल्कुल अगर तुसी इन्वेस्ट करना चाह रहे हो तो मेरे नाल गल कर सकते हो क्योंकि कई चीज़ां है जिथे असीं पैसा पा के हुण इन्वेस्ट कर सकते हैं बट एक चीज़ का ध्यान रखिए जी प्लीज़ अगर तुहाडे कोल 2 साल तो घट का टाइम है तो नहीं फिर मैं इन्वेस्ट नहीं करना चाहांगा तुहाडा पैसा अगर तुहाडे कोल 2 साल का टाइम हैगा तो वेरी गुड टाइम क्योंकि असीं हुण ये सिचुएशन आती जा रही है जिथे असीं बॉटम कह सकते हैं जिवें पीके जी ने कहा कि हाउसिंग च बॉटम आता जा रहा है असीं स्टॉक मार्केट च भी यही चीज़ां देख रहे हैं इस वेले सो बेसिकली अगर तुसीं जाके पैसा इन्वेस्ट करना चाह रहे हो तो मैनू कॉन्टैक्ट कर सकते हो और अगर तुसी किसी तरह की इंश्योरेंस लेना चाह रहे हो लाइफ है डिसेबिलिटी है क्रिटिकल है बहुत सारे लाइफ इंश्योरेंस भी प्लान होंगे ने जिंदे तुसी बहुत टैक्स एडवांटेजेस ले सकते हो या अगा जाके प्लानिंग कर सकते हो सो उनके वास्ते भी तुसी मैनू कॉन्टैक्ट कर सकते हो मेरा फोन नंबर है 6472851007 वैबसाइट मेरे नाम से है pankajmonga.com उनके तो भी नंबर दिता जा सकता है थैंक यू वेरी मच जी थैंक यू जी थैंक यू बहुत बहुत शुक्रिया जी और मैं स्वागत कर रहे हैं जी नरेश तोलानी साहब वो कहते जी पीके जी का बहुत नरेश तोलानी साहब कह रहे हैं बिग वेलकम बैक पीके जी रिगार्ड्स सो थैंक यू जी थैंक यू पीके जी तुहाडा वेलकम कर रहे हैं नरेश तोलानी साहब थैंक यू सर थैंक यू दो हफ्ते मिस किया पीके जी ने बिल्कुल 2 हफ्ते सारे ने मिस किया है अगे चल के साडी गलबात जी है वो जारी रहेगी मैं दोबारा दस देवां शाम 6:30 बजे हर वेंसडे शाम 6:30 बजे तुसी पंकज मोंगा जी और पीके जी की खास जी डिस्कशन है वो तुसी चैनल वाई दे उत्ते देखदे हो कोई भी जानकारी तुसी लेना चाहो पहला मैं पीके जी का नंबर दोहरा दें 647 299 4757 पंकज जी फोन नंबर क्विकली दे दो जी मेरा फोन नंबर है 6472851007 कोई भी तुसी बाई मीडिया के नाल गलबात करनी है साडे किसी भी स्पॉन्सर का नंबर जो तुसी मिस करके हैगे हो या तुसी कोई एडवर्टाइजमेंट देना चाहते हैगे हो 416 475 5000 416 4755 शाम ਨੂੰ चैनल वाई ਦੇ लाइव शो जो है रोजाना 7:30 बजे शुरू होता है जिहदे उत्ते कि दिन भर ਦੀਆਂ ਸਾਰੀਆਂ एक्टिविटीज़ ਜਿਹੜੀਆਂ ਨੇ ਉਹਦੇ ਉੱਤੇ एनालिसिस पेश करते हैं सो तुसी देखना है शाम 7:30 बजे वाई मीडिया लाइव शो 6:30 बजे पीके जी और पंकज जी एनालिसिस देंगे हैव अ वंडरफुल डे थैंक यू